ਤੁਹਾਡਾ ਚੈਨਲ ਤੇ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਅੱਜ ਲੈ ਕੇ ਆਏ ਹਾਂ ਆਪਣੀ ਨਵੀਂ ਵੀਡੀਓ ਦੇ ਨਾਲ, ਜਿਸ ਦੇ ਵਿੱਚ ਅਸੀਂ ਜਿਹੜੀ ਹੈਗੀ ਅੱਜ ਆਪਣਾ SST ਦਾ 6ਵਾਂ ਭਾਗ ਜਿਹੜਾ ਕਰਨ ਜਾ ਰਹੇ ਹਾਂ ਤੇ 5 ਭਾਗ ਜਿਹੜੇ ਅਸੀਂ ਉਹ ਕਰ ਚੁੱਕੇ ਹੈਗੇ ਹਾਂ। ਤਾਂ ਤੁਸੀਂ ਪਲੇ ਲਿਸਟ ਵਿੱਚ ਜਾ ਕੇ ਜਿਹੜੀ ਹੈਗੀ ਆ ਉਹ 5 ਭਾਗ ਜਿਹੜੇ ਦੇਖ ਸਕਦੇ ਹੋ, ਜਿਸ ਦੇ ਵਿੱਚ ਅਸੀਂ 300 ਜਿਹੜੇ ਹੈਗੇ MCQ ਕਰ ਚੁੱਕੇ ਹਾਂ। ਤਾਂ ਲਾਸਟ ਅਸੀਂ 5ਵਾਂ ਭਾਗ ਕੀਤਾ ਸੀ ਸਿੱਖ ਗੁਰੂ ਦੇ ਬਾਰੇ, ਆਪਾਂ ਸਾਰੇ MCQ ਲੈ ਕੇ ਆਏ ਸੀ। ਤੇ ਅੱਜ ਸਾਡਾ ਜਿਹੜਾ ਹੈਗਾ ਵਿਸ਼ਾ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਹੈਗੇ ਆ, ਠੀਕ ਹੈ ਜੀ। ਤਾਂ ਇਸ ਬਾਰੇ ਅਸੀਂ ਜਿਹੜੇ ਹੈਗੇ 50 ਤੱਕ ਜਿਹੜੇ ਹੈਗੇ MCQ ਲੈ ਕੇ ਆਏ ਹਾਂ। ਤਾਂ ਜਿਹੜੇ ਸਾਥੀ ਪਹਿਲੀ ਵਾਰ ਜੁੜੇ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ, ਬੈਲ ਆਈਕਨ ਦਬਾਉਣ। ਇਸੇ ਤਰ੍ਹਾਂ ਤੁਸੀਂ ਹੈਗਾ ਸਾਥ ਦਿੰਦੇ ਰਹਿਣਾ ਹੈਗਾ। ਤਾਂ ਅਸੀਂ ਜਿਹੜੇ ਹੈਗੇ ਆ ਤੁਹਾਨੂੰ ਜਿਹੜੀ ਹੈਗੀ ਵੱਧ ਤੋਂ ਵੱਧ ਜਿਹੜੇ ਹੈਗੇ ਉਹ ਤਿਆਰੀ ਕਰਾਵਾਂਗੇ। ਅੱਜ ਦਾ ਜਿਹੜਾ ਹੈਗਾ ਫਸਟ ਸਾਡਾ ਕੁਐਸਚਨ ਦੇਖੋ ਤੁਸੀਂ, ਟੋਪਿਕ ਹੈਗਾ ਮਹਾਰਾਜਾ ਰਣਜੀਤ ਸਿੰਘ। ਤਾਂ ਇਸ ਤੋਂ ਬਾਅਦ ਜਿਹੜਾ ਟੋਪਿਕ ਹੋਏਗਾ ਫਿਰ ਅਸੀਂ ਸਿੱਖ ਮਿਸਲਾਂ ਬਾਰੇ ਜਿਹੜਾ ਹੈਗਾ ਗੱਲ ਕਰਾਂਗੇ। ਤਾਂ ਪੇਪਰ ਦੇ ਵਿੱਚ ਜਿਹੜਾ ਹੈਗਾ ਹਰ ਵਾਰ ਇੱਕ ਕੁਐਸਚਨ ਤਾਂ ਜ਼ਰੂਰ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਦੇ ਟੋਪਿਕ ਤੋਂ ਆਉਂਦਾ। ਤੁਸੀਂ ਦੇਖੋ ਫਸਟ ਕੁਐਸਚਨ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਜਿਹੜਾ ਹੋਇਆ ਸੀ ਉਹ 13 ਨਵੰਬਰ 1780 ਦੇ ਵਿੱਚ ਹੋਇਆ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਉਹ ਗੁਜਰਾਂਵਾਲੇ ਵਿਖੇ ਹੋਇਆ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਸੀ? ਇਹਨਾਂ ਦੇ ਪਿਤਾ ਦਾ ਜੋ ਨਾਮ ਹੈਗਾ ਸੀ ਉਹ ਮਹਾ ਸਿੰਘ ਸੀ। ਅੱਗੇ ਨੈਕਸਟ ਹੈ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਕਿਸ ਮਿਸਲ ਦੇ ਸਰਦਾਰ ਸਨ? ਦੇਖੋ ਜੀ, ਸ਼ੁਕਰਚਰੀਆ ਮਿਸਲ ਜੀ ਹੈਗੀ ਸੀ, ਜਿਨ੍ਹਾਂ ਦੇ ਹੈਗੀ ਸੀ ਇਹ ਸਰਦਾਰ ਜਿਹਨਾਂ ਦੀ ਇਹਨਾਂ ਦੇ ਘਰ ਦੀ ਮਿਸਲ ਸੀ। ਹੁਣ ਇੱਕ ਕੁਐਸਚਨ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈਗਾ, ਜਿਹੜਾ ਆਪਣਾ ਗਰੁੱਪ ਬਣਿਆ ਜਿਸ ਅਸੀਂ ਤਿਆਰੀ ਕਰਦੇ ਹਾਂ, ਉੱਥੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਪੜਦਾਦਾ ਸੀ, ਠੀਕ ਹੈ ਜੀ, ਉਹਨਾਂ ਦਾ ਨਾਮ ਕੀ ਸੀ? ਠੀਕ ਹੈ ਜੀ, ਉਹਨਾਂ ਦਾ ਨਾਮ ਕੀ ਸੀ? ਬਹੁਤ ਮਹੱਤਵਪੂਰਨ ਕੁਐਸਚਨ ਹੈ ਵੀ। ਅੱਗੇ ਨੈਕਸਟ ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਦੱਸੋ। ਇਹਨਾਂ ਦੀ ਮਾਤਾ ਜੀ ਦਾ ਨਾਮ ਜੋ ਹੈਗਾ ਸੀ ਉਹ ਰਾਜ ਕੌਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦੀ ਮੌਤ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ? ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਜਿਹੜੀ ਹੈਗੀ ਸੀ ਉਹਨਾਂ ਦੀ ਉਮਰ ਜਿਹੜੀ ਹੈਗੀ ਸੀ ਉਹ 12 ਸਾਲ ਸੀ। ਅੱਗੇ ਦੇਖੋ, ਮਹਾਰਾਜਾ ਰਣਜੀਤ ਸਿੰਘ ਸ਼ੁਕਰਚਰੀਆ ਮਿਸਲ ਦਾ ਪ੍ਰਧਾਨ ਕਦੋਂ ਬਣਿਆ ਸੀ? ਦੇਖੋ ਜੀ, ਇਹ ਜਦੋਂ ਮਿਸਲ ਦਾ ਪ੍ਰਧਾਨ ਬਣਿਆ ਸੀ ਤਾਂ ਉਹ ਉਸ ਟਾਈਮ ਇਹਨਾਂ ਦੀ ਜਿਹੜੀ ਹੈਗੀ ਸੀ 1792 ਦੇ ਵਿੱਚ ਜਿਹੜੀ ਹੈਗੀ ਸੀ ਉਹ ਬਣਿਆ ਸੀ, ਤਾਂ 12 ਸਾਲ ਇਹਨਾਂ ਦੀ ਉਮਰ ਸੀ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਸੀ? ਤਾਂ ਗੁਜਰਾਂਵਾਲਾ ਜਿਹੜਾ ਹੈਗਾ ਸੀ ਇਹਨਾਂ ਨੂੰ ਆਪਣੀ ਜਿਹੜੀ ਹੈਗੀ ਉਹ ਰਾਜਧਾਨੀ ਬਣਾਇਆ ਸੀ। ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਣਾ ਹੈਗਾ ਜੀ। ਇਹ ਬਹੁਤ ਮਹੱਤਵਪੂਰਨ ਕੁਐਸਚਨ ਜਿਹੜੇ ਹੈਗੇ MCQ ਆਪਾਂ ਕਰਵਾ ਰਹੇ ਹਾਂ। ਅਸੀਂ ਸਾਰੇ MCQ ਨਹੀਂ ਕਰਵਾ ਰਹੇ, ਜਿਹੜੇ ਮਹੱਤਵਪੂਰਨ ਹੈਗੇ ਬਾਰ-ਬਾਰ ਪੇਪਰਾਂ ਦੇ ਵਿੱਚ ਆਉਂਦੇ ਹੈਗੇ ਅਸੀਂ ਉਹ ਕਰਵਾ ਰਹੇ ਹੈਗੇ ਹਾਂ ਜੀ। ਆਹ ਕੁਐਸਚਨ ਬਹੁਤ ਜ਼ਿਆਦਾ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਹੈਗਾ ਜੀ। ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਰਾਜ ਭਾਗ ਜਿਹੜਾ ਹੈਗਾ ਆਪਣੇ ਹੱਥ ਵਿੱਚ ਕਦੋਂ ਲਿਆ ਸੀ? 1797 ਕਿ 1797 ਦੇ ਵਿੱਚ ਜਿਹੜਾ ਹੈਗਾ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਹੋ ਗਏ ਸੀ 17-18 ਸਾਲ ਦੇ ਹੋ ਗਏ ਸੀ, ਤਾਂ ਇਹਨਾਂ ਨੇ ਜਿਹੜਾ ਹੈਗਾ ਆਪਣਾ ਰਾਜ ਭਾਗ ਜਿਹੜਾ ਹੈਗਾ ਉਹ ਸਾਂਭ ਲਿਆ ਸੀ। ਤਾਂ ਵੀਡੀਓ ਨੂੰ ਤੁਸੀਂ ਜਿਹੜਾ ਹੈਗਾ ਉਹ ਜੇ ਸਾਫ਼ ਕਲੀਅਰ ਨਹੀਂ ਹੁੰਦੀ ਤਾਂ ਇਸ ਦੀ ਕੁਆਲਿਟੀ ਜਿਹੜੀ ਹੈਗੀ ਹੈ ਤੁਸੀਂ ਸਾਈਡ ਵਾਲੇ ਜਿਹੜਾ ਰਾਈਟ ਸਾਈਡ 'ਤੇ ਕਲਿੱਕ ਕਰਕੇ ਜਿਹੜਾ ਹੈਗਾ ਇਹਦੀ ਕੁਆਲਿਟੀ ਤੁਸੀਂ ਵਧਾ ਸਕਦੇ ਹੋ। ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਕਦੋਂ ਕਿਸ ਨਾਲ ਜਿਹੜਾ ਹੈਗਾ ਸੀ ਉਹ ਵਿਆਹ ਕੀਤਾ ਗਿਆ ਸੀ? ਥੋੜ੍ਹਾ ਜਿਹਾ ਮਿਸਟੇਕ ਹੋ ਗਿਆ ਸੀ ਇੱਥੇ ਪ੍ਰਿੰਟ ਕਰਨ ਨੂੰ। ਤਾਂ 796 ਤੋਂ 1796 ਦੇ ਵਿੱਚ ਜਿਹੜਾ ਹੈਗਾ ਕਨਈਆ ਮਿਸਲ ਦੇ ਸਰਦਾਰ ਦੀ ਲੜਕੀ ਜਿਹੜੀ ਹੈ ਮਹਿਤਾਬ ਕੌਰ ਦੇ ਨਾਲ ਜਿਹੜਾ ਹੈਗਾ ਸੀ ਇਹਨਾਂ ਦਾ ਵਿਆਹ ਹੋਇਆ ਸੀ। ਇਸ ਵਿੱਚ ਇੱਕ ਕੁਐਸਚਨ ਹੋਰ MCQ ਨਿਕਲ ਆਉਂਦਾ ਜੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਹੁਰਾ ਸਾਹਿਬ ਸੀ ਅਤੇ ਉਹਨਾਂ ਦਾ ਨਾਮ ਕੀ ਸੀ? ਫਿਰ ਤੁਸੀਂ ਉਹਨਾਂ ਦਾ ਨਾਮ ਵੀ ਹੈਗਾ ਅਤੇ ਉਹ ਕਿਹੜੀ ਜਿਹੜੀ ਹੈਗੀ ਉਹ ਮਿਸਲ ਤੋਂ ਜਿਹੜੇ ਹੈਗੇ ਸੀ ਉਹ ਸੰਬੰਧ ਰੱਖਦੇ ਸੀ। ਅਤੇ ਉਹ ਜਿਹੜੇ ਸੰਬੰਧ ਰੱਖਦੇ ਸੀ ਉਹ ਕਨਈਆ ਮਿਸਲ ਤੋਂ ਜਿਹੜੇ ਹੈਗੇ ਸੀ ਉਹ ਸੰਬੰਧ ਰੱਖਦੇ ਸੀ। ਠੀਕ ਹੈ ਜੀ। ਹੁਣ ਤੁਸੀਂ ਅੱਗੇ ਨੈਕਸਟ ਦੇਖੋ ਕੁਐਸਚਨ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈਗੀ ਸੀ ਉਹ ਪਹਿਲੀ ਜਿੱਤ ਕਿਹੜੀ ਸੀ? ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲੀ ਜਿਹੜੀ ਜਿੱਤ ਸੀ ਉਹ ਲਾਹੌਰ ਦੀ ਜਿੱਤ ਇਹਨਾਂ ਨੇ ਕੀਤੀ ਸੀ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ? ਇਹਨਾਂ 7 ਜੁਲਾਈ 1799 ਦੇ ਵਿੱਚ ਜਿਹੜੀ ਹੈਗੀ ਸੀ ਇਹਨਾਂ ਨੇ ਜਿਹੜੀ ਹੈਗੀ ਸੀ ਉਹ ਲਾਹੌਰ ਦੀ ਜਿੱਤ ਪ੍ਰਾਪਤ ਕੀਤੀ ਸੀ। ਤਾਂ ਤੁਸੀਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਡੇਟਾ ਜਿਹੜੀਆਂ ਹੈਗੀਆਂ ਉਹ ਟਿਪਸ 'ਤੇ ਯਾਦ ਕਰ ਲੈਣੀਆਂ ਹੈਗੀਆਂ, ਬਿਲਕੁਲ ਲਿਖ ਕੇ ਬਾਰ-ਬਾਰ ਇਹਨਾਂ ਦੀ ਪ੍ਰੈਕਟਿਸ ਕਰਨੀ ਹੈਗੀ, ਕਿਉਂਕਿ ਡੇਟਾ ਸਾਨੂੰ ਪੇਪਰਾਂ ਦੇ ਸਮੇਂ ਜਿਹੜੀ ਹੈਗੀ ਉਹ ਭੁੱਲ ਜਾਂਦੀਆਂ ਨੇ। ਅੱਗੇ ਤੁਸੀਂ ਹੁਣ ਨੈਕਸਟ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਹਮਲੇ ਸਮੇਂ ਕਿਹਨਾਂ ਦਾ ਰਾਜ ਜਿਹੜਾ ਹੈਗਾ ਸੀ ਉਹ ਭੰਗੀ ਸਰਦਾਰ ਕੌਣ ਸਨ? ਉਹਨਾਂ ਵਿੱਚ ਜਿਹੜੇ ਹੈਗੇ ਸੀ ਸਾਹਿਬ ਸਿੰਘ ਸੀ, ਮੋਹਰ ਸਿੰਘ ਅਤੇ ਚੇਤ ਸਿੰਘ। ਠੀਕ ਹੈ ਜੀ।
ਅੱਗੇ ਦੇਖੋ ਨੈਕਸਟ ਕੁਐਸਚਨ, ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਿਸ ਦੀ ਮਦਦ ਨਾਲ ਜਿਹੜਾ ਹੈਗਾ ਸੀ ਉਹ ਹਮਲਾ ਕੀਤਾ ਸੀ? ਤਾਂ ਆਪਣੀ ਸੱਸ ਜਿਹੜੀ ਹੈਗੀ ਸੀ ਸਦਾ ਕੌਰ ਦੀ ਮਦਦ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਸੀ ਉਹ 6 ਜੁਲਾਈ ਤੇ 1799 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਲਾਹੌਰ ਦੇ ਉੱਤੇ ਜਿਹੜਾ ਹੈਗਾ ਸੀ ਉਹ ਹਮਲਾ ਕਰ ਦਿੱਤਾ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਭੀਮ ਦੀ ਲੜਾਈ ਕਦੋਂ ਲੜੀ? ਇਹਨਾਂ ਨੇ 1800 ਦੇ ਵਿੱਚ ਜਿਹੜੀ ਹੈਗੀ ਸੀ ਇਹ ਲੜਾਈ ਲੜੀ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਅਕਾਲਗੜ੍ਹ ਨੂੰ ਕਦੋਂ ਜਿੱਤਿਆ ਜੀ? ਅਕਾਲਗੜ੍ਹ ਨੂੰ ਜਿਹੜਾ ਹੈਗਾ ਸੀ 1801 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਜਿੱਤਿਆ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੀ ਜਿੱਤ ਕਦੋਂ ਜਿੱਤੀ? 1805 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਅੰਮ੍ਰਿਤਸਰ ਦੀ ਜਿਹੜੀ ਹੈਗੀ ਉਹ ਜਿੱਤ ਪ੍ਰਾਪਤ ਕੀਤੀ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਹਮਲੇ ਸਮੇਂ ਕਿਸ ਦਾ ਰਾਜ ਸੀ? ਕਿ ਜਦੋਂ ਇਹਨਾਂ ਨੇ ਅੰਮ੍ਰਿਤਸਰ ਵਿੱਚ ਹਮਲਾ ਕੀਤਾ ਸੀ ਉਸ ਸਮੇਂ ਉਹਨਾਂ ਦਾ ਰਾਜ ਕਿਹਨਾਂ ਦਾ ਰਾਜ ਸੀ? ਉਸ ਸਮੇਂ ਜਿਹੜਾ ਹੈਗਾ ਸੀ ਮਾਈ ਸੁੱਖਾ ਦਾ ਰਾਜ ਸੀ। ਮਾਈ ਸੁੱਖਾ ਕੌਣ ਸੀ? ਗੁਲਾਬ ਸਿੰਘ ਭੰਗ ਦੀ ਵਿਧਵਾ, ਕਿ ਜਿਹੜੇ ਭੰਗੀ ਮਿਸਲ ਦੇ ਜਿਹੜੇ ਹੈਗੇ ਸੀ ਆਗੂ ਸੀ, ਉਹਨਾਂ ਦੀ ਜਿਹੜੀ ਪਤਨੀ ਹੈਗੀ ਸੀ, ਉਹਨਾਂ ਦੇ ਜਿਹੜੀ ਹੈਗੀ ਉਹ ਵਿਧਵਾ ਅੱਗੇ ਪਤਨੀ ਸੀ ਉਹਨਾਂ ਦੀ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾ ਤੋਂ ਕਿਸ ਕਿਲੇ ਤੋਂ ਤੋਪ ਦੀ ਮੰਗ ਕੀਤੀ ਸੀ? ਇਹਨਾਂ ਨੇ ਲਾਹੌਰਗੜ੍ਹ ਦਾ ਕਿਲਾ ਜਿਹੜਾ ਹੈਗਾ ਸੀ ਅਤੇ ਜਮਜਮਾ ਤੋਪਾਂ ਦੀ ਜਿਹੜੀ ਹੈਗੀ ਸੀ ਇਹਨਾਂ ਦੀ ਮੰਗ ਕੀਤੀ ਸੀ, ਜਿਸ ਕਾਰਨ ਜਿਹੜੀ ਹੈਗੀ ਸੀ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਹੈਗੀ ਸੀ ਇਹਨਾਂ ਦੀ ਮਿਸਲ 'ਤੇ ਵੀ ਜਿਹੜੀ ਹੈਗੀ ਸੀ ਉਹ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਿੱਤ ਲਈ ਕਿਸ ਦੇ ਅਧੀਨ ਫੌਜ ਭੇਜੀ? ਤਾਂ ਮਿਸਰ ਦੀਵਾਨ ਚੰਦ ਅਧੀਨ ਦੇ ਜਿਹੜੀ ਹੈਗੀ ਸੀ ਇਹਨਾਂ ਨੇ ਆਪਣੀ ਫੌਜ ਭੇਜੀ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਦੋਂ ਜਿੱਤਿਆ ਜੀ? ਦੇਖੋ ਜੀ 1818 ਦੇ ਵਿੱਚ ਜਿਹੜੀ ਹੈਗੀ ਸੀ ਇਹਨਾਂ ਨੇ ਮੁਲਤਾਨ ਦੇ ਉੱਤੇ ਜਿਹੜੀ ਹੈਗੀ ਉਹ ਜਿੱਤ ਪ੍ਰਾਪਤ ਕਰ ਲਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੀ ਜਿੱਤ ਕਦੋਂ ਹਾਸਲ ਕੀਤੀ ਸੀ? 13 ਜੁਲਾਈ 1813 ਦੇ ਵਿੱਚ। ਤੇ ਮੁਲਤਾਨ ਦੀ ਲੜਾਈ ਕਿਸ ਸਥਾਨ 'ਤੇ ਹੋਈ ਸੀ? ਇਹ ਹੋਈ ਸੀ ਹੈਦਰੋ ਜਾਂ ਹੈਜਰੋ ਦੇ ਸਥਾਨ 'ਤੇ ਹੋਈ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਬਘੇਲ ਸਿੰਘ ਕਰੋੜ ਸਿੰਘਾਂ ਤੋਂ ਕਿਹੜਾ ਇਲਾਕਾ ਜਿੱਤਿਆ ਸੀ? ਇਹਨਾਂ ਨੇ 1809 ਦੇ ਵਿੱਚ ਜਿਹੜਾ ਹੈਗਾ ਸੀ ਹਰਿਆਣਾ ਹੁਸ਼ਿਆਰਪੁਰ ਦਾ ਇਲਾਕਾ ਜਿਹੜਾ ਹੈਗਾ ਸੀ ਉਹ ਜਿੱਤਿਆ ਸੀ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਕਨਈਆ ਮਿਸਲ ਦੇ ਇਲਾਕੇ ਕਦੋਂ ਜਿੱਤੇ ਸੀ? ਠੀਕ ਹੋ ਜੀ। ਦੇਖੋ 1821 ਦੇ ਵਿੱਚ ਜਿਹੜੇ ਹੈਗੇ ਸੀ ਇਹਨਾਂ ਨੇ ਜਿਹੜਾ ਆਪਣਾ ਇਲਾਕਾ ਜਿਹੜਾ ਹੈਗਾ ਸੀ ਕਨਈਆ ਮਿਸਲ ਦਾ ਉਹ ਆਪਸ ਦੇ ਵਿੱਚ ਆਪਣੇ ਰਾਜ ਭਾਵ ਦੇ ਵਿੱਚ ਜਿਹੜਾ ਹੈਗਾ ਮਿਲਾ ਲਿਆ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ 'ਤੇ ਕਦੋਂ ਕਬਜ਼ਾ ਕੀਤਾ ਸੀ? 1815 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਰਾਮਗੜੀਆ ਮਿਸਲ 'ਤੇ ਜਿਹੜਾ ਹੈਗਾ ਸੀ ਉਹ ਕਬਜ਼ਾ ਕੀਤਾ ਸੀ। ਸਾਥੀਓ ਹੁਣ ਇੱਥੇ ਤੁਸੀਂ ਜਿਹੜਾ ਹੈਗਾ ਮਿਸਲਾਂ ਜਿਹੜੀਆਂ ਹੈਗੀਆਂ ਬਹੁਤ ਫੇਮਸ ਹੈਗੀਆਂ, ਪੇਪਰ ਦੇ ਵਿੱਚ ਕੁਐਸਚਨ MCQ ਜ਼ਰੂਰ ਆਉਂਦੇ ਹੈਗੇ ਆ। ਤਾਂ ਅਸੀਂ MCQ ਨੈਕਸਟ ਵੀਡੀਓ ਲੈ ਕੇ ਆਵਾਂਗੇ, ਫਿਰ ਤੁਹਾਨੂੰ ਸਾਰਿਆਂ ਦਾ ਜਿਹੜੇ ਹੈਗੇ ਉਹ ਨਾਮ ਜਿਹੜੇ ਹੈਗੇ ਟਿਪਸ 'ਤੇ ਯਾਦ ਹੋ ਜਾਣਗੇ ਕਿ ਰਾਮਗੜੀਆ ਮਿਸਲ ਦਾ ਕੌਣ ਸੀ, ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਕਿਹੜੀ ਸੀ, ਭੰਗੀ ਮਿਸਲ ਕਿਹੜੀ ਸੀ, ਹੈ ਨਾ। ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਸ਼ਹੀਦ ਵਾਲੀ ਮਿਸਲ ਕਿਹਨੂੰ ਕਿਹਾ ਜਾਂਦਾ ਹੈਗਾ, ਕਿ ਕਿਹੜੇ ਮਿਸਲ ਦੇ ਜਿਹੜੇ ਹੈਗੇ ਆ ਨਾਮ ਪਿੰਡ ਦੇ ਨਾਮ ਦੇ ਨਾਮ ਜਾਣੇ ਜਾਂਦੇ ਹੈਗੇ ਆ। ਅਲੱਗ-ਅਲੱਗ ਜਿਹੜੀ ਮਿਸਲਾਂ ਸੀ ਇਹਨਾਂ ਦੇ ਬਾਰੇ ਅਸੀਂ ਜਲਦੀ MCQ ਜਿਹੜੇ ਹੈਗੇ ਉਹ ਲੈ ਕੇ ਆਵਾਂਗੇ। ਤਾਂ ਨੈਕਸਟ ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਰਾਮਗੜੀਆ ਮਿਸਲ 'ਤੇ ਕਦੋਂ ਕਬਜ਼ਾ ਕੀਤਾ ਸੀ? ਇਹਦਾ ਜਿਹੜਾ ਹੈਗਾ ਸੀ ਆਗੂ ਸੀ ਜੱਸਾ ਸਿੰਘ ਰਾਮਗੜੀਆ ਜੀ, ਅਤੇ 1815 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਕਬਜ਼ਾ ਕਰ ਲਿਆ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ 1811 ਵਿੱਚ ਕਾਹਨ ਸਿੰਘ ਨਕੀ ਕੋਲ ਕਿਹੜਾ ਇਲਾਕਾ ਜਿੱਤਿਆ ਸੀ? ਇਹਨਾਂ ਨੇ ਪਾਕਪਟਨ ਅਤੇ ਦੀਪਾਲਪੁਰ ਇਲਾਕਾ ਜਿਹੜਾ ਹੈਗਾ ਸੀ ਜਿੱਤਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਹਰਾ ਕੇ ਕਸੂਰ 'ਤੇ ਕਬਜ਼ਾ ਕੀਤਾ ਸੀ? ਦੇਖੋ ਜੀ 1807 ਦੇ ਵਿੱਚ ਜਿਹੜਾ ਹੈਗਾ ਕੁਤਬਦੀਨ ਨੂੰ ਹਰਾ ਕੇ ਇਹਨਾਂ ਨੇ ਜਿਹੜਾ ਹੈਗਾ ਸੀ ਕਬਜ਼ਾ ਕਰ ਲਿਆ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਿਆਲਕੋਟ ਦੇ ਸ਼ਾਸਕ ਨੂੰ ਹਰਾ ਕੇ ਕਿਲੇ ਆਪਣੇ ਅਧੀਨ ਕੀਤਾ ਸੀ। 1808 ਦੇ ਵਿੱਚ ਜਿਹੜਾ ਹੈਗਾ ਸੀ ਜੀਵਨ ਸਿੰਘ ਨੂੰ ਹਰਾ ਕੇ ਇਹਨਾਂ ਨੇ ਜਿਹੜਾ ਹੈਗਾ ਸੀ ਕਿਲਾ ਆਪਸ ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਮਿਲਾ ਲਿਆ ਸੀ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਲੜਾਈਆਂ ਤੁਸੀਂ ਜਿਹੜੀ ਹੈਗੀਆਂ ਨੋਟ ਕਰਨੀ ਹੈਗੀ ਅਤੇ ਯਾਦ ਕਰਨੀ ਹੈਗੀ ਸੀ। ਅੱਗੇ ਦੇਖੋ ਜੀ ਡੱਡੇ ਵਾਲੀ ਮਿਸਲ ਦਾ ਨੇਤਾ ਕੌਣ ਸੀ? ਤਾਰਾ ਸਿੰਘ ਖੇਬਾ ਹੈਗਾ ਸੀ ਜਿਹੜਾ ਡੱਡੇ ਵਾਲੀ ਮਿਸਲ ਦਾ ਜਿਹੜਾ ਹੈਗਾ ਸੀ ਉਹ ਨੇਤਾ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਡੱਡੇ ਵਾਲੀ ਮਿਸਲ 'ਤੇ ਹਮਲਾ ਕਰਕੇ ਕਦੋਂ ਜਿੱਤਿਆ ਸੀ? 1807 ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਡੱਡੇ ਵਾਲੀ ਮਿਸਲ 'ਤੇ ਹਮਲਾ ਕਰਕੇ ਆਪਸ ਦੇ ਵਿੱਚ ਮਿਲਾ ਲਿਆ ਸੀ। ਅੱਗੇ ਇਹ ਬਹੁਤ ਮਹੱਤਵਪੂਰਨ ਕੁਐਸਚਨ ਹੈ, ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਜੀ ਇਹ ਵਾਲਾ। ਅੰਮ੍ਰਿਤਸਰ ਦੀ ਸੰਧੀ ਵਿਚਕਾਰ ਕਦੋਂ ਹੋਈ? 1809 ਦੇ ਵਿੱਚ ਜਿਹੜੀ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੀ ਹੈਗੀ ਸੀ ਇਹ ਸੰਧੀ ਹੋਈ ਸੀ। ਠੀਕ ਹੈ ਜੀ। ਇਸ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਹੈਗਾ। 1809 ਡੇਟਾਂ ਤੁਸੀਂ ਯਾਦ ਕਰ ਲੈਣੀਆਂ ਹੈਗੀਆਂ ਕਿ ਜਦੋਂ ਜਿਹੜੀ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਤੇ ਜਿਹੜੀ ਹੈਗੀ ਸੀ ਅੰਗਰੇਜ਼ਾਂ ਦੇ ਵਿਚਕਾਰ ਜਿਹੜੀ ਹੈਗੀ ਸੀ ਉਹ ਸੰਧੀ ਹੋਈ ਸੀ। ਅੱਗੇ ਹੁਣ ਤੁਸੀਂ ਨੈਕਸਟ ਤੁਸੀਂ ਦੇਖੋ, ਅੰਗਰੇਜ਼ਾਂ ਨੇ 1800 ਵਿੱਚ ਕਿਸ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਸੀ? ਉਹ ਯੂਸਫ ਅਲੀ ਜਿਹੜੀ ਹੈਗੀ ਸੀ ਉਹਨਾਂ ਨੂੰ ਜਿਹੜੀ ਹੈਗੀ ਸੀ ਉਹ ਇਹਨਾਂ ਨੇ ਆਪਣੀ ਜਿਹੜੀ ਹੈਗੀ ਸੀ ਉਹ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਸੀ। ਅੱਗੇ ਮਹਾਰਾਜ ਹੁਣ ਥੋੜ੍ਹਾ ਜਿਹਾ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕੰਮਕਾਜ ਬਾਰੇ, ਪ੍ਰਧਾਨ ਮੰਤਰੀ ਜਾਂ ਹੋਰ ਸੈਨਾ ਬਾਰੇ ਅਸੀਂ ਜ਼ਿਕਰ ਕਰਾਂਗੇ। ਹੁਣ ਦੇਖੋ ਤੁਸੀਂ ਫਾਇਦਾ ਦਾ ਕੁਐਸਚਨ ਦੇਖੋ, ਮਹਾਰਾਜਾ ਹਰਜੀਤ ਸਿੰਘ ਸਮੇਂ ਪ੍ਰਧਾਨ ਮੰਤਰੀ ਦਾ ਕੰਮ ਕੀ ਸੀ? ਦੇਖੋ ਜੀ, ਪ੍ਰਧਾਨ ਮੰਤਰੀ ਜਿਹੜਾ ਹੈ ਕਿਸੇ ਰਾਜਨੀਤਿਕ ਮਾਮਲਿਆਂ ਨੂੰ ਸਲਾਹ ਦੇਣਾ ਅਤੇ ਸਾਰੇ ਵਿਭਾਗਾਂ ਦੀ ਜਿਹੜੀ ਨਿਗਰਾਨੀ ਰੱਖਦਾ ਸੀ। ਉਹ ਕੌਣ ਰੱਖਦਾ ਸੀ? ਮਹਾਰਾਜਾ ਆਪਣੇ ਪ੍ਰਧਾਨ ਮੰਤਰੀ ਸੀ। ਤਾਂ ਪ੍ਰਧਾਨ ਮੰਤਰੀ ਕੌਣ ਸੀ? ਰਾਜਾ ਧਿਆਨ ਸਿੰਘ। ਠੀਕ ਹੈ ਜੀ, ਇਸ ਨੂੰ ਤੁਸੀਂ ਨੋਟ ਕਰ ਲਿਓ ਜੀ। ਰਾਜਾ ਧਿਆਨ ਸਿੰਘ ਜਿਹੜੇ ਹੈਗੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਵਿੱਚ ਜਿਹੜਾ ਹੈਗਾ ਸੀ ਉਹ ਪ੍ਰਧਾਨ ਮੰਤਰੀ ਸੀ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਸਮੇਂ ਵਿਦੇਸ਼ ਮੰਤਰੀ ਦਾ ਕੰਮ ਦੱਸੋ ਜੀ। ਵਿਦੇਸ਼ ਨੀਤੀ ਤਿਆਰ ਕਰਨਾ, ਵਿਦੇਸ਼ ਚਿੱਠੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹਾ ਕੇ ਸੁਣਾਉਣਾ ਅਤੇ ਜਵਾਬ ਦੇਣਾ ਜਿਹੜੇ ਹੈਗੇ ਸੀ ਵਿਦੇਸ਼ ਮੰਤਰੀ ਦਾ ਕੰਮ ਹੁੰਦਾ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਵਿੱਚ ਵਿਦੇਸ਼ ਮੰਤਰੀ ਕੌਣ ਸੀ? ਇਹਨੂੰ ਤੁਸੀਂ ਨੋਟ ਕਰ ਲੈਣਾ ਹੈਗਾ, ਫਕੀਰ ਅਜੀਜ਼ ਉਦ ਦੀਨ। ਦੇਖੋ ਜੀ, ਨਾਮ ਥੋੜ੍ਹੇ ਔਖੇ ਹੈਗੇ ਆ, ਤੁਸੀਂ ਇਹਨੂੰ ਟਿਪਸ 'ਤੇ ਵੀ ਯਾਦ ਕਰਨਾ, ਬਾਰ-ਬਾਰ ਲਿਖ ਕੇ ਇਹਨੂੰ ਬਾਰ-ਬਾਰ ਜਿਹੜੀ ਹੈਗੀ ਹੈ ਪ੍ਰੈਕਟਿਸ ਕਰਨੀ ਹੈਗੀ ਹੈ। ਤਾਂ ਇੱਕ ਮੈਂ ਐਡਵਾਈਸ ਦੇਣਾ ਚਾਹੁੰਦਾ ਹੈਗਾ, ਜਦੋਂ ਵੀ ਤੁਸੀਂ ਕੋਈ ਤਿਆਰੀ ਕਰਦੇ ਹੁੰਦੇ ਹੋ, ਰਾਤ ਨੂੰ ਸੌਣ ਵੇਲੇ ਜਿਹੜਾ ਹੈਗਾ ਤੁਸੀਂ ਜੋ ਪੜ੍ਹਿਆ ਹੁੰਦਾ ਉਸ ਨੂੰ ਇੱਕ ਵਾਰ ਤੁਸੀਂ ਰਿਮੈਂਬਰ ਜ਼ਰੂਰ ਕਰਿਆ ਕਰੋ ਜੀ। ਤਾਂ ਇੱਦਾਂ ਕੀ ਹੁੰਦਾ, ਸਾਡੀ ਹੈਬਿਟ ਬਣ ਜਾਂਦੀ ਹੈਗੀ ਹੈ, ਤਾਂ ਸਾਨੂੰ ਜਿਹੜੀ ਆਪਾਂ ਕੁਐਸਚਨ ਤਿਆਰੀ ਕੀਤੀ ਹੁੰਦੀ ਹੈ ਉਹ ਕਦੇ ਵੀ ਨਹੀਂ ਭੁੱਲਦੇ। ਰਾਤ ਨੂੰ ਸੌਣ ਵੇਲੇ ਇੱਕ ਵਾਰ ਰਿਵਾਈਜ਼ ਕਰਕੇ ਆਪਾਂ ਜੋ ਰੋਜ਼ ਦਾ ਪੜ੍ਹਿਆ ਹੈਗਾ 10-15 ਮਿੰਟ ਦੇ ਵਿੱਚ ਜੋ ਫਾਸਟ ਰਿਵਾਈਜ਼ ਆਪਾਂ ਕਰਦੇ ਹਾਂ ਉਹ ਜ਼ਰੂਰ ਕਰਿਆ ਕਰੋ ਜੀ। ਅੱਗੇ ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਸਮੇਂ ਵਿੱਤ ਮੰਤਰੀ ਦਾ ਕੰਮ ਕੀ ਸੀ? ਆਮਦਨ ਅਤੇ ਖਰਚ ਦਾ ਹਿਸਾਬ। ਠੀਕ ਹੈ ਜੀ। ਤਾਂ ਮਹਾਰਾਜਾ ਰਣਜੀਤ ਸਿੰਘ ਵਿੱਤ ਮੰਤਰੀ ਕੌਣ ਸੀ? ਦੀਵਾਨ ਸਿੰਘ ਸੀ। ਤਾਂ ਹੁਣ ਜੇ ਕੁਐਸਚਨ ਆ ਜਾਏ ਕਿ ਸਾਡਾ ਵਿੱਤ ਮੰਤਰੀ ਕੌਣ ਆ, ਅਤੇ ਅਸੀਂ ਕੀ ਕਹਾਂਗੇ? ਮਨਪ੍ਰੀਤ ਸਿੰਘ ਬਾਦਲ ਨਹੀਂ, ਮਨਪ੍ਰੀਤ ਸਿੰਘ ਪੀਪਾ, ਕਿਉਂਕਿ ਉਹ ਤਾਂ ਖਾਲੀ ਪੀਪਾ ਵਜਾ ਰਹੇ ਆ, ਪੋਸਟਾਂ ਤਾਂ ਦਿੱਤੀਆਂ ਨਹੀਂ ਹੈਗੀਆਂ ਹੁਣ ਕਿਸੇ ਨੂੰ ਵੀ। ਚਲੋ ਜੀ, ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਸਮੇਂ ਪ੍ਰਸਿੱਧ ਵਿੱਤ ਮੰਤਰੀ ਦਾ ਨਾਮ ਦੇਖੋ ਜੀ। ਦੀਵਾਨ ਭਵਾਨੀ ਦਾਸ ਜੀ, ਦੀਵਾਨ ਗੰਗਾ ਦਾਸ ਜੀ ਅਤੇ ਦੀਵਾਨ ਦੀਨਾਨਾਥ ਜੀ। ਹੁਣ ਇੱਥੇ ਤੁਸੀਂ ਦੇਖੋ ਸਿਸਟਮੈਟਿਕਲ ਲਗਾ ਰੱਖੇ ਆ ਜੀ ਅਸੀਂ ਇੱਥੇ। ਤਾਂ ਪੇਪਰ ਦੇ ਵਿੱਚ ਕਿਸੇ ਵਾਰ ਇੱਦਾਂ ਹੁੰਦਾ ਕਿ ਐਗਜ਼ਾਮੀਨਰ ਨੇ ਜਦੋਂ ਪੇਪਰ ਥੋੜ੍ਹਾ ਲੈਵਲ ਬਣਾਉਣਾ ਹੁੰਦਾ ਹੈਗਾ ਪੇਪਰ ਦੇ ਵਿੱਚ, ਤਾਂ ਉਹ ਇੱਦਾਂ ਕੁਐਸਚਨ ਵੀ ਪੁੱਛ ਲੈਂਦਾ ਕਿ ਜਿਹੜੇ ਮਹਾਰਾਜਾ ਰਣਜੀਤ ਸਮੇਂ ਜਿਹੜੇ ਵਿੱਤ ਮੰਤਰੀ ਹੁੰਦੇ ਸੀ ਉਹਨੂੰ ਕਰਮਵਾਰ ਦੇ ਵਿੱਚ ਲਿਖੋ ਜੀ। ਤਾਂ ਉਹਦੇ ਵਿੱਚ ਪਹਿਲਾਂ ਦੀਵਾਨ ਭਵਾਨੀ ਦਾਸ ਆਊਗਾ, ਫਿਰ ਗੰਗਾ ਦਾ ਨਾਥ ਆਊਗਾ, ਫਿਰ ਦੀਨਾਨਾਥ ਆਊਗਾ। ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਮੁੱਖ ਸੈਨਾਪਤੀ ਜਿਹੜੇ ਹੁੰਦੇ ਸੀ, ਇਹਨਾਂ ਵਿੱਚ ਜਿਹੜੇ ਹੈਗੇ ਦੀਵਾਨ ਮੋਹਕਮ ਚੰਦ ਜਿਹੜੇ ਹੈਗੇ ਸੀ, ਉਹ ਮਿਸਰ ਦੀਵਾਨ ਚੰਦ ਜਿਹੜੇ ਹੈਗੇ ਸੀ, ਉਹ ਸਰਦਾਰ ਸਿੰਘ ਹਰੀ ਸਿੰਘ ਨਲੂਆ ਜਿਹੜੇ ਹੈਗੇ ਸੀ, ਬਹੁਤ ਜ਼ਿਆਦਾ ਪ੍ਰਸਿੱਧੀ ਸੀ ਇਹਨਾਂ ਦੀ, ਬਹੁਤ ਜ਼ਿਆਦਾ। ਹਰੀ ਸਿੰਘ ਨਲੂਆ ਜੀ ਮੁੱਖ ਸੈਨਾਪਤੀ ਜਿਹੜੇ ਹੈਗੇ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਸਮੇਂ ਡੋੜੀਵਾਲਾ ਦਾ ਕੰਮ ਕੀ ਸੀ? ਦੇਖੋ ਜੀ, ਸ਼ਾਹੀ ਰਾਜ ਘਰਾਣੇ ਵਿੱਚ ਰਾਜ ਦਰਬਾਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਸੀ ਉਹ ਡੋੜੀਵਾਲੇ ਦੀ ਹੁੰਦੀ ਸੀ। ਅੱਗੇ ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪ੍ਰਸਿੱਧ ਡੋੜੀਵਾਲਾ ਕੌਣ ਸੀ? ਜਮਾਂਦਾਰ ਖੁਸ਼ਹਾਲ ਸਿੰਘ ਜਿਹੜੇ ਹੈਗੇ ਸੀ, ਉਹਨਾਂ ਸਮੇਂ ਜਿਹੜੇ ਹੈਗੇ ਸੀ ਉਹ ਡੋੜੀਵਾਲਾ ਹੁੰਦੇ ਸੀ। ਅੱਗੇ ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ? ਠੀਕ ਹੈ ਜੀ, ਇਹਨਾਂ ਨੇ 4 ਭਾਗਾਂ ਵਿੱਚ ਵੰਡਿਆ ਸੀ। 2 ਦਾ ਮੈਂ ਤੁਹਾਨੂੰ ਜ਼ਿਕਰ ਕਰਾਂਗਾ, ਤਾਂ 2 ਦਾ ਤੁਸੀਂ ਮੈਨੂੰ ਜਿਹੜਾ ਹੈਗਾ ਕਮੈਂਟ ਬਾਕਸ ਵਿੱਚ ਦੱਸਣੇ ਹੈਗੇ ਆ। ਅਤੇ ਇਹਨਾਂ ਨੇ ਜਿਹੜੇ ਹੈਗੇ ਸੂਬਾ ਲਾਹੌਰ, ਸੂਬਾ ਮੁਲਤਾਨ, ਠੀਕ ਹੈ ਜੀ, ਇਹਨਾਂ ਦੇ ਵਿੱਚ 2 ਭਾਗ ਹੋ ਹੈਗੇ ਆ, ਉਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣੇ ਹੈਗੇ ਆ। ਠੀਕ ਹੈ ਜੀ। ਅੱਗੇ ਆ ਕਣਕੁਤ ਪ੍ਰਣਾਲੀ ਕਿਹੜੀ ਸੀ? ਇਸ ਵਿੱਚ ਲਗਾਨ ਖੜੀ ਫਸਲ ਨੂੰ ਦੇਖ ਕੇ ਹੀ ਤੈਅ ਕੀਤਾ ਜਾਂਦਾ ਸੀ। ਦੇਖੋ ਜੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆਪਾਂ ਕਹਿ ਲਈਏ ਨਾ ਆਪਾਂ ਪੈਸੇ ਕਮਾਉਣ ਦਾ ਜ਼ਰੀਆ ਕੀ ਹੁੰਦਾ ਸੀ, ਇਹਨਾਂ ਨੇ ਮਤਲਬ ਕਿ ਜਿਹੜੇ ਹੈਗੇ ਸੀ ਉਹ ਕਰ ਲੈਂਦੇ ਸੀ। ਠੀਕ ਹੈ ਜੀ। ਤਾਂ ਉਹ ਕਰ ਜਿਹੜੇ ਹੈਗੇ ਸੀ ਲਗਾਨ ਜਿਹਨੂੰ ਕਹਿ ਦਿੰਦੇ ਆਪਾਂ, ਉਹ ਲਗਾਨ ਫਿਰ ਇਹਨਾਂ ਨੇ ਮਤਲਬ ਕਿ ਉਸ ਦੇ ਵਿੱਚ ਇੱਕ ਪ੍ਰਣਾਲੀ ਜਿਹੜੀ ਹੈਗੀ ਸੀ, ਕਣਕੁਤ ਪ੍ਰਣਾਲੀ ਜਿਹੜੀ ਹੈਗੀ ਸੀ, ਖੜੀ ਫਸਲ ਨੂੰ ਦੇਖ ਕੇ ਹੀ ਤੈਅ ਕੀਤਾ ਜਾਂਦਾ ਸੀ। ਠੀਕ ਹੈ ਜੀ। ਤਾਂ ਕਣਕੁਤ ਪ੍ਰਣਾਲੀ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਚਲਾਈ ਸੀ? ਇਹ 1824 ਦੇ ਵਿੱਚ ਜਿਹੜੀ ਹੈਗੀ ਸੀ ਇਸ ਪ੍ਰਣਾਲੀ ਦਾ ਜਿਹੜਾ ਹੈਗਾ ਸੀ ਉਹ ਨਿਰਮਾਣ ਕੀਤਾ ਗਿਆ ਸੀ। ਅੱਗੇ ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਸਮੇਂ ਸੂਬਿਆਂ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਦੇਖੋ ਜੀ, ਇਹ ਨਾਜ਼ਿਮ ਹੁੰਦਾ ਸੀ ਜਿਹੜਾ ਹੈਗਾ ਸੀ ਉਹ ਉਸ ਸਮੇਂ ਜਿਹੜੇ ਹੈਗੇ ਸੀ ਉਹ ਸਾਰੇ ਸੂਬੇ, ਮਤਲਬ ਜਿਹਨੂੰ ਆਪਾਂ ਸਟੇਟ ਕਹਿ ਲੈਂਦੇ ਹਾਂ, ਤਾਂ ਉਹ ਸਟੇਟ ਦਾ ਵਿੱਚ ਜਿਹੜਾ ਜਿਹਨੂੰ ਆਪਾਂ ਕਹਿ ਲਈਏ ਸਟੇਟ ਦਾ ਮੁਖੀਆ ਕਹਿ ਲਓ, ਉਸ ਨੂੰ ਅਫਸਰ ਨਾਜ਼ਿਮ ਕਹਿੰਦੇ ਸੀ ਉਸ ਸਮੇਂ ਦੇ ਵਿੱਚ। ਜਿੱਦਾਂ ਹੁਣ ਮੁੱਖ ਮੰਤਰੀ ਕਹਿੰਦੇ ਹੈਗੇ ਆ ਨਾ ਅਸੀਂ ਸੂਬੇ ਦੇ ਵਿੱਚ, ਜਿੱਦਾਂ ਹੈਗੇ ਆ ਚਰਨਜੀਤ ਸਿੰਘ ਚੰਨੀ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਦਾ ਹੈਗਾ ਉਹ। ਅਤੇ ਜੇ ਉਸ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਜਿਹੜਾ ਹੈਗਾ ਸੀ ਉਸ ਨੂੰ ਆਪਾਂ ਨਾਜ਼ਿਮ ਕਹਿੰਦੇ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਨਾਜ਼ਮਾਂ ਦੇ ਨਾਮ ਇਸ ਪ੍ਰਕਾਰ ਹੈਗੇ ਆ ਜੀ। ਸਰਕਾਰ ਲਹਿਣਾ ਸਿੰਘ ਮਜੀਠੀਆ, ਠੀਕ ਹੈ ਜੀ, ਮਿਸਰ ਰੂਪ ਲਾਲ, ਦੀਵਾਨ ਸਾਬਨ ਮੱਲ, ਕਰਨੈਲ ਮਹਾ ਸਿੰਘ, ਅਵਤੀਲਾ ਵਿਲ। ਠੀਕ ਹੈ ਜੀ, ਤੁਸੀਂ ਯਾਦ ਕਰਨੇ ਹੈਗੇ ਆ। ਤਾਂ ਕਿਸੇ ਟਾਈਮ ਇੱਦਾਂ ਹੁੰਦਾ ਕਿ ਐਗਜ਼ਾਮੀਨਰ ਨੇ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਨਾਮ ਜਿਹੜੇ ਹੈਗੇ ਦਿੱਤੇ ਹੁੰਦੇ ਆ,
ਤਾਂ ਉਹ ਪੁੱਛ ਲੈਂਦਾ ਹੈਗਾ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈਗਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਨਾਜ਼ਮ ਨਹੀਂ ਸੀ। ਤਾਂ ਸਾਰੇ ਦੇ ਸਾਰੇ ਜਿਹੜੇ ਹੈਗੇ ਸਾਨੂੰ ਯਾਦ ਕਰਨੇ ਬਹੁਤ ਜ਼ਰੂਰੀ ਹੈਗੇ ਆ, ਮਹੱਤਵਪੂਰਨ ਹੈਗੇ ਆ। ਅੱਗੇ ਨੈਕਸਟ, ਮਹਾਰਾਜਾ ਰਣਜੀਤ ਸਿੰਘ ਸਮੇਂ ਵੱਡੀ ਤੋਂ ਵੱਡੀ ਜਿਹੜੀ ਹੁੰਦੀ, ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਸੀ? ਅਦਾਲਤ-ਏ-ਆਲਾ, ਠੀਕ ਹੈ ਜੀ, ਜਿੱਥੇ ਲੋਕਾਂ ਨੂੰ ਇਨਸਾਫ ਦਿੱਤਾ ਜਾਂਦਾ ਸੀ। ਤਾਂ ਇਹ ਸੀ ਅੱਜ ਦੀ ਸਾਡੀ ਜਿਹੜੀ ਹੈਗੀ MCQ ਜਿਹਨੇ ਆਪਾਂ ਲੈ ਕੇ ਆਏ ਸੀ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵੀਡੀਓ ਨੂੰ ਜਿਹੜਾ ਹੈਗਾ ਉਹ ਅੰਤ ਤੱਕ ਦੇਖਿਆ। ਇਸੇ ਤਰ੍ਹਾਂ ਹੀ ਤੁਸੀਂ ਹੈਗਾ ਜੇ ਚੈਨਲ ਦੇ ਨਾਲ ਜਿਹੜੀ ਹੈਗੀ ਉਹ ਫਸਟ ਵਾਰ ਜਿਹੜੇ ਵਿਜ਼ਿਟ ਕਰ ਰਹੇ ਆ, ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਇੱਕ ਆਪਾਂ ਰਿਕੁਐਸਟ ਕਰਦੇ ਹਾਂ ਕਿ ਜਿਹੜੀ ਹੈਗੀ ਸਾਡੀ ਵੀਡੀਓ ਨੂੰ ਤੁਸੀਂ ਹੈਗਾ ਚੈਨਲ ਨੂੰ ਜਿਹੜੇ ਹੈਗੇ ਆ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਤੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਅਸੀਂ ਤੁਹਾਨੂੰ ਜਿਹੜੀ ਹੈਗੀ ਵੱਧ ਤੋਂ ਵੱਧ ਜਿਹੜੀ ਹੈਗੀ ਉਹ ਵੀਡੀਓ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਵਾਂਗੇ। ਨੈਕਸਟ ਵੀਡੀਓ ਬਹੁਤ ਜਲਦੀ ਜਿਹੜੀ ਹੈਗੀ ਉਹ ਲੈ ਕੇ ਆ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ ਮਾਈ YouTube ਚੈਨਲ। ਥੈਂਕ ਯੂ। ਹੈਵ ਏ ਨਾਈਸ ਡੇ। ਥੈਂਕ ਯੂ।